Hello everyone, I am Parminder, English Mistress in Government Senior Secondary School Mamujoya. Welcome to our English class. Today we will discuss active and passive voice. What is active voice? Active voice is when the grammatical subject performs the action. Active voice ਦੇ ਵਿੱਚ ਮੇਨਲੀ ਅਸੀਂ ਫੋਕਸ ਆ ਜਿਹੜਾ ਉਹ ਗ੍ਰਾਮੈਟੀਕਲ ਸਬਜੈਕਟ ਦੇ ਉੱਪਰ ਕਰਦੇ ਹਾਂ. To make it more clear, let's use an example. Jill threw the ball. In this sentence, Jill is grammatical subject, threw is action. ਤਾਂ ਮੇਨਲੀ ਐਕਟਿਵ ਵੌਇਸ ਦੇ ਵਿੱਚ ਜਿਹੜਾ ਫੋਕਸ ਹੈਗਾ ਉਹ ਆਪਾਂ ਕਿਹਦੇ ਉੱਪਰ ਕੀਤਾ ਹੈਗਾ? ਜਿਲ ਦੇ ਉੱਪਰ. Jill is grammatical subject. Whereas passive voice is when the grammatical subject is being acted upon. ਪੈਸਿਵ ਵੌਇਸ ਦੇ ਵਿੱਚ ਮੇਨਲੀ ਜਿਹੜਾ ਫੋਕਸ ਹੈਗਾ ਉਹ ਐਕਸ਼ਨ ਦੇ ਉੱਪਰ ਕੀਤਾ ਜਾਂਦਾ, ਨਾ ਕਿ ਗ੍ਰਾਮੈਟੀਕਲ ਸਬਜੈਕਟ ਦੇ ਉੱਪਰ. ਲੈਟਸ ਯੂਜ਼ ਐਨ ਐਗਜ਼ਾਮਪਲ. ਦ ਬਾਲ ਵਾਜ਼ ਥਰੋਨ ਬਾਈ ਜਿਲ. ਦ ਬਾਲ ਇਜ਼ ਅ ਗ੍ਰਾਮੈਟੀਕਲ ਸਬਜੈਕਟ, ਹੇਅਰ ਥਰੋਨ ਇਜ਼ ਐਕਸ਼ਨ. ਤਾਂ ਮੇਨਲੀ ਫੋਕਸ ਆ ਜਿਹੜਾ ਉਹ ਐਕਸ਼ਨ ਉੱਪਰ ਕੀਤਾ ਜਾ ਰਿਹਾ, ਨਾ ਕਿ ਗ੍ਰਾਮੈਟੀਕਲ ਸਬਜੈਕਟ ਦੇ ਉੱਪਰ. ਪੁੱਟਸ ਇੰਫਸਿਸ ਔਨ ਵਟ ਵਾਜ਼ ਡਨ ਰੈਦਰ ਦੈਨ ਹੂ ਡਿਡ ਇਟ. ਇਹਦੇ ਉੱਪਰ ਕੀ ਆ, ਜ਼ਿਆਦਾ ਫੋਕਸ ਆ ਜਿਹੜਾ ਵਟ ਵਾਜ਼ ਡਨ, ਕਿ ਕੰਮ ਆ ਜਿਹੜਾ ਕੀ ਕੀਤਾ ਗਿਆ ਉਹਦੇ ਉੱਪਰ ਕੀਤਾ ਜਾਂਦਾ, ਨਾ ਕਿ ਹੂ ਡਿਡ ਇਟ, ਨਾ ਕਿ ਕੰਮ ਕਿਹਦੇ ਦੁਆਰਾ ਕੀਤਾ ਗਿਆ ਸੀ ਉਸ ਉੱਪਰ ਫੋਕਸ ਕੀਤਾ ਜਾਂਦਾ. ਯੂਜ਼ ਪ੍ਰੈਪੋਜੀਸ਼ਨ ਬਾਏ. ਤਾਂ ਐਕਟਿਵ ਵੌਇਸ ਦੇ ਵਿੱਚ ਆਪਾਂ ਪ੍ਰੈਪੋਜੀਸ਼ਨ ਦਾ ਯੂਜ਼ ਕਰਦੇ ਹੈਗੇ ਹਾਂ ਬਾਏ. ਬਾਏ ਇਜ਼ ਯੂਜ਼ਡ ਵਿਦ ਦ ਲਿਵਿੰਗ ਪਰਸਨ. ਲਿਵਿੰਗ ਪਰਸਨ ਦੇ ਨਾਲ ਆਪਾਂ ਪ੍ਰੈਪੋਜੀਸ਼ਨ ਬਾਏ ਯੂਜ਼ ਕਰਾਂਗੇ. ਨੋਨ ਲਿਵਿੰਗ ਦੇ ਨਾਲ ਆਪਾਂ ਕਾਊਂਟੇਬਲ ਦੇ ਨਾਲ ਵਿਦ ਪ੍ਰੈਪੋਜੀਸ਼ਨ ਯੂਜ਼ ਕਰਾਂਗੇ. ਅਨਕਾਊਂਟੇਬਲ ਦੇ ਨਾਲ ਇਨ ਯੂਜ਼ ਕਰਾਂਗੇ. ਕਾਊਂਟੇਬਲ ਜਿਨ੍ਹਾਂ ਨੂੰ ਆਪਾਂ ਕਾਊਂਟ ਕਰ ਸਕਦੇ ਹਾਂ, ਅਨਕਾਊਂਟੇਬਲ ਜਿਨ੍ਹਾਂ ਨੂੰ ਕਾਊਂਟ ਨਹੀਂ ਕਰ ਸਕਦੇ. ਦੇਅਰ ਆਰ ਸਮ ਬੇਸਿਕ ਰੂਲਸ ਆਫ ਐਕਟਿਵ ਐਂਡ ਪੈਸਿਵ ਵੌਇਸ. ਰੂਲ ਨੰਬਰ 1, find SVO. SVO means subject verb object. Rule number 2, convert object into subject and vice versa. Object ਨੂੰ ਆਪਾਂ subject ਦੇ ਵਿੱਚ ਕਨਵਰਟ ਕਰ ਦੇਣਾ ਹੈਗਾ. ਆਪਾਂ ਨੂੰ ਕਿੱਦਾਂ ਪਤਾ ਲੱਗੂਗਾ ਕਿ ਸੈਂਟੈਂਸ ਦੇ ਵਿੱਚ ਸਬਜੈਕਟ ਕਿਹੜਾ ਤੇ object ਕਿਹੜਾ? Subject is the first part of the sentence that tells what the sentence is about. ਸਬਜੈਕਟ ਆ ਜਿਹੜਾ ਉਹ ਸੈਂਟੈਂਸ ਦਾ ਪਹਿਲਾ ਪਾਰਟ ਹੁੰਦਾ ਹੈਗਾ, ਜਿਹੜਾ ਸਾਨੂੰ ਦੱਸਦਾ ਕਿ ਪੂਰਾ ਸੈਂਟੈਂਸ ਆ ਜਿਹੜਾ ਉਹ ਕਿਸ ਬਾਰੇ ਹੈਗਾ. object is the second part of the sentence and is near the verb. object ਆ ਜਿਹੜਾ ਉਹ ਸੈਂਟੈਂਸ ਦਾ ਸੈਕੰਡ ਪਾਰਟ ਹੁੰਦਾ ਅਤੇ verb ਦੇ ਬਿਲਕੁਲ ਨੀਅਰ ਹੁੰਦਾ. ਰੂਲ ਨੰਬਰ 3, ਕਨਵਰਟ ਦਾ ਮੇਨ verb into third form. ਕਿ ਇਹਦੇ ਵਿੱਚ ਆਪਾਂ ਕੀ ਆ, ਜਿਹੜੀ verb ਦੀ ਫੋਰਮ ਹੈਗੀ ਆ ਉਹਨੂੰ ਕੀ ਆ, ਥਰਡ ਆ ਜਿਹੜੀ ਉਹ ਬਣਾ ਦਿੰਦੇ ਆ. ਭਾਵੇਂ ਦੀ ਆਪਣੇ ਕੋਲ ਐਕਟਿਵ ਦੇ ਵਿੱਚ verb ਦੀ ਫਸਟ ਫੋਰਮ ਹੋਵੇ ਜਾਂ ਸੈਕਿੰਡ ਹੋਵੇ, ਬਟ ਜਦੋਂ ਆਪਾਂ ਉਹਨੂੰ ਪੈਸਿਵ ਦੇ ਵਿੱਚ ਕਨਵਰਟ ਕਰਨਾ ਤਾਂ ਆਪਾਂ ਆਲਵੇਜ਼ ਕੀ ਯੂਜ਼ ਕਰਾਂਗੇ, verb ਦੀ ਥਰਡ ਫੋਰਮ ਯੂਜ਼ ਕਰਾਂਗੇ. ਨੈਕਸਟ ਹੈ ਸਬਜੈਕਟ ਨੂੰ ਜਦੋਂ ਆਪਾਂ ਆਬਜੈਕਟ ਦੇ ਵਿੱਚ ਚੇਂਜ ਕਰਾਂਗੇ, ਦੈਨ I becomes me, you remains you, she becomes her, they becomes them, we becomes us, it remains it, who becomes whom. There are a few exceptions which we can't change into passive voice. ਇਹ ਕੁਝ ਟੈਂਸਿਸ ਨੇ ਜਿਨ੍ਹਾਂ ਨੂੰ ਆਪਾਂ ਪੈਸਿਵ ਦੇ ਵਿੱਚ ਚੇਂਜ ਨਹੀਂ ਕਰ ਸਕਦੇ. ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ, ਪਾਸਟ ਪਰਫੈਕਟ ਕੰਟੀਨਿਊਸ, ਫਿਊਚਰ ਕੰਟੀਨਿਊਸ, ਫਿਊਚਰ ਪਰਫੈਕਟ ਕੰਟੀਨਿਊਸ. ਨੈਕਸਟ ਆਪਾਂ ਡਿਸਕਸ ਕਰਦੇ ਹਾਂ ਸਿੰਪਲ ਪ੍ਰੈਜ਼ੈਂਟ ਟੈਂਸ. ਸਿੰਪਲ ਪ੍ਰੈਜ਼ੈਂਟ ਟੈਂਸ ਦੇ ਵਿੱਚ ਐਕਟਿਵ ਦੇ ਵਿੱਚ ਆਪਣੇ ਕੋਲ ਰੂਲ ਹੁੰਦਾ ਫਸਟ ਫੋਰਮ ਪਲੱਸ ਐਸ ਜਾਂ ES. ਬਟ ਵੈਨ ਵੀ ਚੇਂਜ this into passive voice, the rule is MR plus third form of verb. Is we use is with singular, I with am, are with plural. Let's use an example. She lights the candle. In this sentence, she is subject, lights is the form of a verb, the candle is object. When we change it into passive voice, the candle is lighted by her. ਤਾਂ object ਕੀ ਆ, ਅੱਗੇ ਆ ਜਾਊਗਾ. ਦੈਨ ਆਪਾਂ ਰੂਲਸ ਲਾਵਾਂਗੇ. ਦੈਨ ਥਰਡ ਫੋਰਮ ਆਫ verb. ਆਫਟਰ ਦੈਟ ਵੀ ਯੂਜ਼ ਪ੍ਰੈਪੋਜੀਸ਼ਨ ਬਾਏ. ਦੈਨ ਕੀ ਆ, her, ਜਿਹੜਾ ਕਿ ਸਬਜੈਕਟ she ਸੀਗਾ, ਬਟ ਵੈਨ ਵੀ ਚੇਂਜ ਇਟ ਇਨਟੂ object it becomes her. ਸੈਕਿੰਡ ਆ ਪ੍ਰੈਜ਼ੈਂਟ ਕੰਟੀਨਿਊਸ ਟੈਂਸ. ਪ੍ਰੈਜ਼ੈਂਟ ਕੰਟੀਨਿਊਸ ਟੈਂਸ ਐਕਟਿਵ ਵੌਇਸ ਦੇ ਵਿੱਚ ਇਹਦਾ ਰੂਲ ਹੁੰਦਾ is MR
प्लस वर्ब दी फर्स्ट फॉर्म प्लस ING। जिद्दां एग्जाम्पल हैगी आ ही इज़ ड्राइविंग अ कार, बट वैन वी चेंज इट इनटू पैसिव वॉइस द रूल इज़ MR प्लस being प्लस थर्ड फॉर्म ऑफ वर्ब। लेट्स यूज़ एन एग्जाम्पल, आ कार इज़ बीइंग ड्रिवन बाय हिम। ਤਾਂ ਆ ਕਾਰ ਕੀ ਆ, ऑब्जेक्ट हैगा ਜਿਹੜਾ ਕਿ ਆਪਾਂ ਅੱਗੇ ਲੈ ਆਂਦਾ। ਆਫਟਰ ਦੈਟ ਰੂਲਸ ਲਗਾਵਾਂਗੇ, ਆਫਟਰ ਦੈਟ ਥਰਡ ਫॉर्म ऑफ वर्ब, ਦੈਨ ਬਾਏ, ਫਿਰ ਕੀ ਆ ਹੀ ਤੋਂ ਹਿਮ ਆ ਜਿਹੜਾ ਉਹ ਬਣ ਗਿਆ। ਥਰਡ ਹੈਗਾ ਪ੍ਰੈਜ਼ੈਂਟ ਪਰਫੈਕਟ ਟੈਂਸ। ਪ੍ਰੈਜ਼ੈਂਟ ਪਰਫੈਕਟ ਟੈਂਸ ਐਕਟਿਵ ਵੌਇਸ ਦੇ ਵਿੱਚ ਹੈਜ਼ ਹੈਵ ਪਲਸ वर्ब ਦੀ ਥਰਡ ਫॉर्म। ਜਦੋਂ ਆਪਾਂ ਇਹਨੂੰ ਪੈਸਿਵ ਵੌਇਸ ਦੇ ਵਿੱਚ ਚੇਂਜ ਕਰਾਂਗੇ ਦੈਨ ਦਾ ਰੂਲ ਇਜ਼ ਹੈਜ਼ ਹੈਵ ਪਲਸ ਬੀਨ प्लस थर्ड फॉर्म ऑफ वर्ब। एग्जाम्पल एक्टिव वॉइस दे विच शी हैज़ नॉट स्टोलन माई बुक। वैन वी चेंज इट इनटू पैसिव माई बुक हैज़ नॉट बीन स्टोलन बाय हर। सिंगुलर दे नाल आपां हैज़ यूज़ करांगे, प्लूरल दे नाल आपां हैव यूज़ करांगे। नैक्सट आ सिंपल पास्ट टेंस। सिंपल पास्ट टेंस एक्टिव वॉइस दे विच ਆਪਾਂ ਆਲਵੇਜ਼ वर्ब ਦੀ ਸੈਕਿੰਡ ਫॉर्म यूज़ करते हैं, बट वैन वी चेंज इट इनटू पैसिव वॉइस दैन द रूल इज़ वॉज वर प्लस थर्ड फॉर्म ऑफ वर्ब। ही ड्रैंक टी। ਜਦੋਂ ਦਾ ਪੈਸਿਵ ਬਣਾਵਾਂਗੇ ਤਾਂ ਕੀ ਬਣ ਜੂਗਾ, टी वॉज ड्रंक बाय हिम। ਸਿੰਗੂਲਰ ਦੇ ਨਾਲ वॉज यूज़ करांगे, प्लूरल ਦੇ ਨਾਲ ਆਪਾਂ ਕੀ यूज़ करांगे, वर। नैक्सट फिफ्थ पास्ट कॉन्टीन्यूस टेंस। पास्ट कॉन्टीन्यूस टेंस एक्टिव वॉइस दे विच वॉज वर प्लस वर्ब दी फर्स्ट फॉर्म प्लस ING। वैन वी चेंज इट इनटू पैसिव द रूल वॉज वर प्लस बीइंग प्लस थर्ड फॉर्म ऑफ वर्ब। द एग्जाम्पल इज़ द टीचर वॉज कॉलिंग द रोल नंबर्स। पैसिव दे विच चेंज करांगे द रोल नंबर्स वर बीइंग कॉल्ड बाय द टीचर। नैक्सट आ पास्ट परफेक्ट टेंस। पास्ट परफेक्ट टेंस दे विच एक्टिव वॉइस दे विच रूल हैगा हैड प्लस थर्ड फॉर्म ऑफ वर्ब। ਜਦੋਂ ਆਪਾਂ ਪੈਸਿਵ ਦੇ ਵਿੱਚ ਚੇਂਜ ਕਰਾਂਗੇ ਦੈਨ ਦ ਰੂਲ हैड बीन प्लस थर्ड फॉर्म ऑफ वर्ब। एक्टिव वॉइस दे विच जिहड़ी एग्जाम्पल है दे हैड ब्राइब्ड द क्लर्क। वैन वी चेंज इट इनटू पैसिव द क्लर्क हैड बीन ब्राइब्ड बाय them। नैक्सट सिंपल फ्यूचर टेंस। सिंपल फ्यूचर दे विच आपां यूज़ करांगे विल शैल प्लस थर्ड फॉर्म ऑफ वर्ब। एक्टिव वॉइस दे विच एग्जाम्पल है द लिटल बॉय विल पोस्ट माई लैटर। जदों आपां इहनूं पैसिव दे विच चेंज करना तां आपां विल शैल दे नाल बी लावांगे प्लस थर्ड फॉर्म लावांगे वर्ब दी। एक्टिव दे विच वर्ब दी फर्स्ट फॉर्म होगी, बट जदों पैसिव दे विच चेंज करांगे तां थर्ड फॉर्म बन जूगी। माई लैटर विल बी पोस्टड बाय द बॉय। नैक्सट आ फ्यूचर परफेक्ट टेंस। फ्यूचर दे विच अपने को रूल हुंदा विल शैल प्लस हैव, बट वैन वी चेंज इट इनटू पैसिव वॉइस द रूल इज़ विल शैल हैव प्लस बीन प्लस थर्ड फॉर्म ऑफ वर्ब। एक्टिव वॉइस दे विच एग्जाम्पल आ द पेशेंट विल हैव टेकन मैडिसन। जदों आपां इहनूं पैसिव दे विच चेंज करांगे मैडिसन विल हैव बीन टेकन बाय द पेशेंट। बेसिकली आपां आई ते वी नाल शैल यूज़ करते हैं, बाकी सब दे नाल विल यूज़ करते हैं। नैक्सट आ सबजैक्ट वर्ब एडजैक्टिव। तो ये एग्जाम्पल हैगी आ रोजिज आर रैड। रोजिज आर रैड वैन दे आर सीन। ये की हुंदा कि आपां सेंटेंस नूं कंप्लीट करन दे लई अपने कोलों आ जिहड़ा सेंटेंस आ जिहड़ा बनाउणा हुंदा। जिद्दां रोजिज आर रैड दिता होया तां आपां सेंटेंस नूं कंप्लीट करन दे लई अपने कोलों लाया हैगा रोजिज आर रैड वैन दे आर सीन। नैक्सट आ शुगर इज़ स्वीट। शुगर इज़ स्वीट वैन इट इज़ टेस्टड। तो वैन इट इज़ टेस्टड आपां अपने कोलों यूज़ किया हैगा सेंटेंस नूं कंप्लीट करन दे लई। नैक्सट आ इंपैरेटिव सेंटेंसिस। वट इज़ इंपैरेटिव सेंटेंसिस? Imperative sentences are those sentences which are in form of order, advice, request, command, suggestion.
ਬੇਸਿਕਲੀ ਇਹਦੇ ਵਿੱਚ ਆਬਜੈਕਟ ਇਜ਼ ਨਾਟ ਗਿਵਨ, ਆਬਜੈਕਟ ਨਹੀਂ ਦਿੱਤਾ ਜਾਂਦਾ ਤਾਂ ਆਪਾਂ ਕੀ ਆ ਯੂ ਆਰ ਆਪਣੇ ਕੋਲੋਂ ਲਾਵਾਂਗੇ ਪਲੱਸ ਥਰਡ ਫਾਰਮ ਆਫ ਵਰਬ ਲਾਵਾਂਗੇ ਪਲੱਸ ਟੂ ਪਲੱਸ ਕੀ ਆ ਵਰਬ ਦੀ ਫਸਟ ਫਾਰਮ। ਜਿੱਦਾਂ ਆਪਾਂ ਨੂੰ ਐਗਜ਼ਾਮਪਲ ਦਿੱਤੀ ਹੋਈ ਆ ਗੋ, ਤਾਂ ਇੱਥੇ ਆਪਾਂ ਨੂੰ ਕੀ ਆ ਆਪਾਂ ਆਪਣੇ ਕੋਲੋਂ ਐਡ ਕਰਾਂਗੇ ਯੂ ਆਰ ਐਡਵਾਈਜ਼ਡ ਟੂ ਗੋ। ਸਮਟਾਈਮਸ ਆਬਜੈਕਟ ਇਜ਼ ਗਿਵਨ, ਕਈ ਵਾਰ ਕੀ ਆ ਆਬਜੈਕਟ ਆ ਜਿਹੜਾ ਉਹ ਆਪਾਂ ਨੂੰ ਦਿੱਤਾ, ਉਹਦੇ ਵਿੱਚ ਆਪਾਂ ਕੀ ਕਰਦੇ ਹੈਗੇ ਆ ਫਿਰ ਲੈਟ ਪਲੱਸ ਆਬਜੈਕਟ ਪਲੱਸ ਬੀ ਪਲੱਸ ਥਰਡ ਫਾਰਮ ਆਫ ਵਰਬ। ਜਿੱਦਾਂ ਐਗਜ਼ਾਮਪਲ ਆ ਬ੍ਰੇਕ ਦਾ ਡੋਰ, ਤਾਂ ਇੱਥੇ ਆਪਾਂ ਨੂੰ ਦਾ ਡੋਰ ਕੀ ਆ ਆਬਜੈਕਟ ਆ ਜਿਹੜਾ ਉਹ ਗਿਵਨ ਹੈਗਾ, ਤਾਂ ਰੂਲ ਦੇ ਅਕੋਰਡਿੰਗ ਆਪਾਂ ਲਾਵਾਂਗੇ ਲੈਟ ਦੈਨ ਆਬਜੈਕਟ ਦਾ ਡੋਰ ਬੀ ਬ੍ਰੋਕਨ ਥਰਡ ਫਾਰਮ ਆਫ ਵਰਬ, ਲੈਟ ਦਾ ਡੋਰ ਬੀ ਬ੍ਰੋਕਨ। ਵੌਇਸ ਆਪਣੇ ਕੰਪਲੀਟ ਹੋ ਚੁੱਕੇ ਆ, ਹੋਪ ਕਿ ਤੁਹਾਨੂੰ ਸਮਝ ਲੱਗ ਗਏ ਹੋਣਗੇ। ਥੈਂਕਸ।